ਹੜ੍ਹ ਦਾ ਪਾਣੀ ਹੇਠਾਂ ਜਾਣ ਲੱਗਿਆ। ਜਿਨ੍ਹਾਂ ਨੂੰ ਘਰ ਖਾਲੀ ਕਰਨ ਦੇ ਲਈ ਕਿਹਾ ਗਿਆ ਸੀ, ਉਹਨਾਂ ਦੇ ਲਈ ਵਾਪਸ ਘਰ ਪਰਤਣ ਸੰਬੰਧੀ ਜਾਣਕਾਰੀ। ਮੌਂਟਰੀਅਲ ਵਿੱਚ ਗੋਲੀਆਂ ਚੱਲੀਆਂ। ਇੱਕ 20 ਸਾਲਾ ਤੇ ਇੱਕ 17 ਸਾਲਾ ਨੌਜਵਾਨਾਂ ਦੇ ਲੱਗੀਆਂ ਗੋਲੀਆਂ, ਇੱਕ ਮੌਤ। ਸਰੀ ਵਿੱਚ ਹਾਈਵੇ 99 ਦੇ ਉੱਤੇ ਵਾਹਨਾਂ ਤੇ ਪੱਥਰ ਮਾਰਨ ਦੇ ਮਾਮਲੇ ਸਾਹਮਣੇ ਆਏ। ਹੁਣ ਤੱਕ ਕਈ ਵਾਹਨਾਂ ਦਾ ਨੁਕਸਾਨ ਹੋਇਆ। ਮੈਨੀਟੋਬਾ ਵਿੱਚ ਫਲੂ ਸ਼ਾਟ ਲਗਵਾਉਣ ਗਏ ਮਾਂ ਧੀ, ਬੱਚੀ ਦੀ ਉਮਰ 3 ਸਾਲ, ਪਰ ਉੱਥੇ ਗਲਤੀ ਨਾਲ ਦੋਵਾਂ ਦੇ ਲਗਾ ਦਿੱਤੇ ਗਏ ਕੋਵਿਡ-19 ਦੇ ਟੀਕੇ। ਖਬਰਾਂ 'ਚ ਦੱਸਾਂਗੇ ਕਿ ਇਹ ਪੂਰਾ ਮਾਮਲਾ। ਓਨਟਾਰੀਓ ਵਿੱਚ ਕੋਵਿਡ-19 ਦੇ ਓਮਿਕਰੋਨ ਵੇਰੀਐਂਟ ਦਾ 7ਵਾਂ ਮਾਮਲਾ ਸਾਹਮਣੇ ਆਇਆ। ਨਵਾਂ ਮਾਮਲਾ ਟੋਰਾਂਟੋ ਵਿੱਚ ਇੱਕ ਰੈਸਟੋਰੈਂਟ ਦੇ ਕਾਮੇ ਸੰਬੰਧੀ ਸਾਹਮਣੇ ਆਇਆ ਹੈ। ਭਾਰਤ ਤੋਂ ਸਟੂਡੈਂਟ ਜਾਂ ਵਰਕ ਪਰਮਿਟ ਤੇ ਆਉਣ ਵਾਲਿਆਂ ਦੇ ਲਈ ਕੈਨੇਡਾ ਹਾਈ ਕਮਿਸ਼ਨ ਨੇ ਜਾਣਕਾਰੀ ਸਾਂਝੀ ਕੀਤੀ ਹੈ। ਖਬਰਾਂ ਵਿੱਚ ਦੱਸਾਂਗੇ ਕਿ ਇਹ ਜਾਣਕਾਰੀ। ਖਬਰਾਂ ਦੀ ਸ਼ੁਰੂਆਤ ਕਰਾਂਗੇ। ਸਭ ਤੋਂ ਪਹਿਲਾਂ ਦੱਸਾਂਗੇ ਕਿ ਕਿਵੇਂ ਹੜ੍ਹਾਂ ਦਾ ਪਾਣੀ ਹੇਠਾਂ ਜਾਣ ਲੱਗਿਆ ਤੇ ਘਰਾਂ ਨੂੰ ਵਾਪਸ ਆਉਣ ਦੇ ਵਾਸਤੇ ਉਹਨਾਂ ਨੂੰ ਕਹਿ ਦਿੱਤਾ ਗਿਆ ਹੈ, ਜਿਨ੍ਹਾਂ ਨੂੰ ਘਰ ਖਾਲੀ ਕਰਨ ਦੇ ਹੁਕਮ ਸਨ। ਬ੍ਰਿਟਿਸ਼ ਕੋਲੰਬੀਆ ਦੇ ਲੋਅਰ ਮੇਨਲੈਂਡ ਦੇ ਵਿੱਚ ਉਹਨਾਂ ਖੇਤਰਾਂ 'ਚ ਜਿੱਥੇ ਕਿ ਹੜ੍ਹ ਆਏ ਹੋਏ ਸਨ, ਉੱਥੇ ਹੁਣ ਮਾਹੌਲ ਠੀਕ ਹੋਣ ਲੱਗਿਆ ਹੈ। ਪਾਣੀ ਹੇਠਾਂ ਆ ਗਿਆ, ਜਿਸ ਤੋਂ ਬਾਅਦ ਸਿਟੀ ਆਫ ਐਬਸਫੋਰਡ, ਜਿੱਥੇ ਕਿ ਕੁਝ ਖੇਤਰ ਦੇ ਵਿੱਚ ਹੜ੍ਹ ਦੇ ਕਰਕੇ ਜ਼ਿਆਦਾ ਨੁਕਸਾਨ ਹੋਇਆ ਸੀ, ਘਰ ਖਾਲੀ ਕਰਵਾਏ ਗਏ ਸਨ। ਸੁਮਸ ਪ੍ਰੇਰੀ ਖੇਤਰ ਵਿੱਚ ਖਾਸ ਤੌਰ ਦੇ ਉੱਥੇ ਵਸਨੀਕਾਂ ਨੂੰ ਕਹਿ ਦਿੱਤਾ ਗਿਆ ਕਿ ਉਹ ਆਪਣੇ ਘਰਾਂ ਦੇ ਵਿੱਚ ਵਾਪਸ ਆ ਸਕਦੇ ਨੇ। ਐਬਸਫੋਰਡ ਮੇਅਰ ਹੈਨਰੀ ਬਰਾਉਨ ਨੇ ਇਸ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ, ਜਿਸ ਦੇ ਵਿੱਚ ਘਰਾਂ 'ਚ ਵਾਪਸ ਆਉਣ ਦਾ ਪਲਾਨ ਉਹਨਾਂ ਦੇ ਵੱਲੋਂ ਸਾਂਝਾ ਕੀਤਾ ਗਿਆ ਸ਼ੁੱਕਰਵਾਰ ਦੀ ਦੁਪਹਿਰ ਨੂੰ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਊਥ, ਸੈਂਟਰਲ, ਲੇਕ ਬਾਟਮ ਤੇ ਨਾਰਥ, ਇਹਨਾਂ ਖੇਤਰਾਂ ਦੇ ਵਾਸਤੇ ਜੋ ਘਰਾਂ ਨੂੰ ਖਾਲੀ ਕਰਨ ਦੇ ਲਈ ਹੁਕਮ ਦਿੱਤੇ ਗਏ ਸਨ, ਉਹਨਾਂ ਦੇ ਲਈ ਸਿਟੀ ਦੀ ਵੈਬਸਾਈਟ ਦੇ ਉੱਤੇ ਜਾਣਕਾਰੀ ਮੌਜੂਦ ਹੈ, ਜਿਸ ਦੇ ਵਿੱਚ ਮਦਦ ਵੀ ਦਿੱਤੀ ਜਾ ਰਹੀ ਹੈ, ਜਿਸ ਦੇ ਲਈ ਵਸਨੀਕ ਜਦੋਂ ਆਪਣੇ ਘਰਾਂ ਦੇ ਵਿੱਚ ਵਾਪਸ ਆਉਣ ਤਾਂ ਉਹਨਾਂ ਦੇ ਵਾਸਤੇ ਕਿਸ ਤਰ੍ਹਾਂ ਦੇ ਇੰਤਜ਼ਾਮ ਤੇ ਮਦਦ ਦਿੱਤੀ ਜਾ ਸਕਦੀ ਹੈ, ਉਸ ਦੇ ਬਾਰੇ ਦੱਸਿਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਜਦੋਂ ਵੀ ਆਪਣੇ ਘਰਾਂ ਦੇ ਵਿੱਚ ਵਾਪਸ ਜਾਣਾ ਹੈ ਤਾਂ ਉਸ ਮੌਕੇ ਕਾਫੀ ਜ਼ਿਆਦਾ ਧਿਆਨ ਰੱਖਿਆ ਜਾਵੇ, ਕਿਉਂਕਿ ਹੜ੍ਹ ਦੇ ਦੌਰਾਨ ਘਰਾਂ ਵਿੱਚੋਂ ਜਿਹੜਾ ਸਮਾਨ ਰੁੜ ਕੇ ਆਇਆ, ਹੋ ਸਕਦਾ ਹੈ ਕਿ ਧਰਤੀ ਦੇ ਉੱਤੇ ਕੋਈ ਨੁਕਸਾਨਦਾਇਕ ਚੀਜ਼ ਪਈ ਹੋਵੇ। ਜਿਨ੍ਹਾਂ ਗੱਲਾਂ ਦਾ ਧਿਆਨ ਰੱਖਣ ਵਾਸਤੇ ਵਸਨੀਕਾਂ ਨੂੰ ਕਿਹਾ ਗਿਆ ਹੈ। ਹੜ੍ਹ ਦਾ ਪਾਣੀ ਹੁਣ ਹੇਠਾਂ ਚਲਾ ਗਿਆ ਹੈ, ਜਿਸ ਦੌਰਾਨ ਜਿਹੜੇ ਰਿਹਾਇਸ਼ੀ ਖੇਤਰ ਨੇ ਉਹਨਾਂ ਦੇ ਵਿੱਚੋਂ ਵੀ ਪਾਣੀ ਹਟ ਗਿਆ ਹੈ, ਜਿਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਹੁਣ ਜਾਣਕਾਰੀ ਮੌਂਟਰੀਅਲ ਦੇ ਵਿੱਚ ਗੋਲੀਆਂ ਚੱਲਣ ਦੇ ਮਾਮਲੇ ਦੇ ਬਾਰੇ। ਮੌਂਟਰੀਅਲ ਵਿੱਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ। ਪੁਲਿਸ ਨੇ ਦੱਸਿਆ ਕਿ ਵੀਰਵਾਰ ਦੀ ਸ਼ਾਮ ਨੂੰ 7:15 ਦਾ ਸਮਾਂ ਸੀ ਜਦੋਂ ਉਹਨਾਂ ਨੂੰ ਗੋਲੀਆਂ ਚੱਲਣ ਦੇ ਬਾਰੇ ਜਾਣਕਾਰੀ ਮਿਲੀ ਸ਼ਹਿਰ ਦੇ ਪੂਰਬੀ ਖੇਤਰ ਦੇ ਵਿੱਚ, ਜਿਸ ਦੇ ਬਾਰੇ ਦੱਸਦੇ ਹੋਏ ਉਹਨਾਂ ਨੇ ਕਿਹਾ ਕਿ ਜਦੋਂ ਮੌਕੇ ਦੇ ਉੱਤੇ ਉਹ ਪਹੁੰਚੇ ਤਾਂ ਉੱਥੇ ਵਾਹਨ ਦੇ ਵਿੱਚ ਇੱਕ 20 ਸਾਲ ਦਾ ਨੌਜਵਾਨ ਮੌਜੂਦ ਸੀ, ਜਿਸ ਤੇ ਗੋਲੀ ਲੱਗੀ ਹੋਈ ਸੀ ਤੇ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ, ਪਰ ਅੱਜ ਉਸ 20 ਸਾਲਾ ਨੌਜਵਾਨ ਨੇ ਦਮ ਤੋੜ ਦਿੱਤਾ ਹੈ। ਇਸ ਦੇ ਨਾਲ ਹੀ ਪੁਲਿਸ ਨੂੰ ਇੱਕ 17 ਸਾਲਾ ਨੌਜਵਾਨ ਵੀ ਕੁਝ ਹੀ ਦੂਰੀ ਤੇ ਮਿਲਿਆ, ਉਸ ਤੇ ਵੀ ਗੋਲੀ ਲੱਗੀ ਹੋਈ ਸੀ, ਪਰ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ। ਮੌਂਟਰੀਅਲ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ 17 ਸਾਲਾ ਨੌਜਵਾਨ ਦੇ ਵੱਲੋਂ ਜਾਂਚ ਦੇ ਲਈ ਸਹਿਯੋਗ ਦਿੱਤਾ ਜਾ ਰਿਹਾ ਹੈ। ਜਿੱਥੇ ਕਿ ਇਹ ਗੋਲੀ ਚੱਲੀ, ਉਸ ਖੇਤਰ ਦੇ ਬਾਰੇ ਜੇਕਰ ਕਿਸੇ ਹੋਰ ਨੂੰ ਕੋਈ ਜਾਣਕਾਰੀ ਹੋਵੇ ਤਾਂ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਫਿਲਹਾਲ ਇਸ ਮਾਮਲੇ ਵਿੱਚ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਹੈ। ਮੌਂਟਰੀਅਲ ਪੁਲਿਸ ਦਾ ਕਹਿਣਾ ਹੈ ਕਿ ਸਾਲ 2021 ਦੇ ਵਿੱਚ ਮੌਂਟਰੀਅਲ ਦੇ ਅੰਦਰ ਇਹ 32ਵਾਂ ਕਤਲ ਹੋਇਆ ਹੈ। ਅੱਗੇ ਜਾਣਕਾਰੀ ਦੱਸਾਂਗੇ ਜੋ ਸਰੀ ਦੇ ਵਿੱਚ ਵਾਹਨਾਂ ਦੇ ਉੱਤੇ ਪੱਥਰ ਮਾਰਨ ਦੇ ਮਾਮਲੇ ਕਈ ਦਿਨ ਤੋਂ ਸਾਹਮਣੇ ਆ ਰਹੇ ਨੇ। ਸਰੀ ਵਿੱਚ ਹਾਈਵੇ 99 ਦੇ ਉੱਤੇ ਜੋ ਐਗਜ਼ਿਟ ਹੈ, ਉਸ ਥਾਂ ਦੇ ਉੱਤੇ ਜੋ ਪੈਡੈਸਟਰੀਅਨ ਓਵਰਪਾਸ ਬਣਿਆ ਹੋਇਆ ਹੈ, ਉੱਥੇ ਤੋਂ ਪੱਥਰ ਸੁੱਟਣ ਦੇ ਬਾਰੇ ਮਾਮਲੇ ਸਾਹਮਣੇ ਆਏ ਨੇ, ਜਿਸ ਦੇ ਕਰਕੇ ਕਈ ਵਾਹਨਾਂ ਨੂੰ ਨੁਕਸਾਨ ਪਹੁੰਚਿਆ ਹੈ। ਸਰੀ RCMP ਨੇ ਇਸ ਦੀ ਜਾਣਕਾਰੀ ਦਿੱਤੀ ਹੈ ਕਿ ਬੱਸ ਤੇ ਨਾਲ ਹੀ ਕੁਝ ਸੈਮੀ ਟਰੱਕ, ਉਹਨਾਂ ਨੂੰ ਨੁਕਸਾਨ ਪਹੁੰਚਿਆ ਜੋ ਪੱਥਰ ਸੁੱਟੇ ਗਏ। ਪਹਿਲਾ ਮਾਮਲਾ 26 ਨਵੰਬਰ ਨੂੰ ਸ਼ਾਮੀ 7:45 ਦੇ ਉੱਤੇ ਸਾਹਮਣੇ ਆਇਆ, ਜਦੋਂ ਇੱਕ ਸੈਮੀ ਟਰੱਕ ਤੇ ਨਾਲ ਹੀ ਇੱਕ ਬੱਸ, ਦੋਨਾਂ ਦਾ ਨੁਕਸਾਨ ਹੋਇਆ ਕਿ ਉੱਪਰ ਤੋਂ ਪੱਥਰ ਸੁੱਟੇ ਗਏ। ਤੇ ਦੂਜਾ ਮਾਮਲਾ ਕੁਝ ਹੀ ਦਿਨ ਬਾਅਦ 29 ਨਵੰਬਰ ਨੂੰ ਸਾਹਮਣੇ ਆਇਆ, ਰਾਤ ਦੇ 11 ਵਜੇ ਦੇ ਨੇੜੇ, ਤੇ ਉਸ ਤੋਂ ਬਾਅਦ ਉਸ ਤੋਂ ਅਗਲੇ ਹੀ ਦਿਨ ਰਾਤ ਦੇ 10:20 ਦੇ ਉੱਤੇ ਫਿਰ ਇੱਕ ਮਾਮਲਾ ਸਾਹਮਣੇ ਆਇਆ ਜੋ ਪੱਥਰ ਸੁੱਟੇ ਗਏ, ਜਿਸ ਦੇ ਕਰਕੇ 2 ਟਰੱਕਾਂ ਦਾ ਨੁਕਸਾਨ ਹੋਇਆ ਜੋ ਇਹ ਪੱਥਰ ਸੁੱਟੇ ਗਏ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਗੱਲ ਕਾਫੀ ਚਿੰਤਾਜਨਕ ਹੈ। ਇਸ ਦੇ ਨਾਲ ਕਿਸੇ ਵਿਅਕਤੀ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਜੋ ਹਾਈਵੇ ਦੇ ਉੱਤੇ ਪੱਥਰ ਸੁੱਟਣ ਦੇ ਨਾਲ, ਕਿਉਂਕਿ ਕੁਝ ਪੱਥਰ ਅਜਿਹੇ ਸਨ
ਜਿਨ੍ਹਾਂ ਦਾ ਆਕਾਰ ਕਾਫੀ ਵੱਡਾ ਸੀ ਤੇ ਉਹਨਾਂ ਦੇ ਕਰਕੇ ਡਰਾਈਵਰ ਦਾ ਨੁਕਸਾਨ ਵੀ ਹੋ ਸਕਦਾ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉੱਥੇ ਜੇਕਰ ਕਿਸੇ ਨੇ ਵੀ ਕਿਸੇ ਸ਼ੱਕੀ ਵਿਅਕਤੀ ਨੂੰ ਦੇਖਿਆ ਹੋਵੇ ਤਾਂ ਪੁਲਿਸ ਦੇ ਨਾਲ ਸੰਪਰਕ ਜ਼ਰੂਰ ਕੀਤਾ ਜਾਵੇ, ਜਿਸ ਦੇ ਬਾਰੇ ਦੱਸਿਆ ਗਿਆ ਹੈ ਕਿ ਜੋ ਪੈਡੈਸਟਰੀਅਨ ਓਵਰਪਾਸ 32 ਐਵੇਨਿਊ ਤੇ ਕਿੰਗ ਜਾਰਜ ਬੁਲੇਵਾਰਡ ਦੇ ਐਗਜ਼ਿਟ ਦੇ ਉੱਤੇ ਹਾਈਵੇ 99 ਦੇ ਉੱਤੇ ਬਣਿਆ ਹੋਇਆ ਹੈ, ਉਸ ਥਾਂ ਤੋਂ ਇਹ ਪੱਥਰ ਸੁੱਟਣ ਦੇ ਮਾਮਲੇ ਸਾਹਮਣੇ ਆ ਰਹੇ ਨੇ। ਜੇਕਰ ਕਿਸੇ ਦੇ ਕੋਲ ਵੀ ਕੋਈ ਵੀਡੀਓ ਜਾਂ ਡੈਸ਼ ਕੈਮ ਫੁਟੇਜ ਹੋਵੇ ਤਾਂ ਸਰੀ RCMP ਨਾਲ 604 5990 502 ਤੇ ਸੰਪਰਕ ਕੀਤਾ ਜਾ ਸਕਦਾ ਹੈ। ਅੱਗੇ ਮੈਨੀਟੋਬਾ ਤੋਂ ਖਬਰ ਹੈ, ਜਿੱਥੇ ਕਿ ਇੱਕ ਮਾਂ ਧੀ ਫਲੂ ਸ਼ਾਟ ਲਗਵਾਉਣ ਗਏ ਸੀ, ਪਰ ਗਲਤੀ ਦੇ ਨਾਲ ਉਹਨਾਂ ਦੇ ਕੋਵਿਡ-19 ਦੇ ਫਾਈਜ਼ਰ ਦਾ ਟੀਕਾ ਲਗਾ ਦਿੱਤਾ ਗਿਆ। 3 ਸਾਲ ਦੀ ਬੱਚੀ ਦੇ ਐਡਲਟ ਡੋਜ਼ ਲਗਾ ਦਿੱਤੀ ਗਈ। ਮੈਨੀਟੋਬਾ ਤੋਂ ਇੱਕ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਇੱਕ ਮਾਂ ਤੇ ਉਸਦੀ 3 ਸਾਲ ਦੀ ਬੱਚੀ ਫਲੂ ਸ਼ਾਟ ਲਗਵਾਉਣ ਗਏ ਸਨ, ਪਰ ਉੱਥੇ ਗਲਤੀ ਦੇ ਨਾਲ ਦੋਵਾਂ ਦੇ ਫਾਈਜ਼ਰ ਦਾ ਕੋਵਿਡ-19 ਦਾ ਟੀਕਾ ਲਗਾ ਦਿੱਤਾ ਗਿਆ। ਇੱਥੋਂ ਤੱਕ ਕਿ 3 ਸਾਲ ਦੀ ਬੱਚੀ ਦੇ ਜੋ ਫਾਈਜ਼ਰ ਦਾ ਕੋਵਿਡ-19 ਦਾ ਟੀਕਾ ਲਗਾਇਆ ਗਿਆ, ਉਸ ਦੀ ਡੋਜ਼ ਵੱਡਿਆਂ ਵਾਲੀ ਸੀ, ਜੋ ਕਿ 18 ਸਾਲ ਦੀ ਉਮਰ ਤੋਂ ਵੱਧ ਵਾਲਿਆਂ ਦੇ ਹੀ ਲਗਾਇਆ ਜਾਂਦਾ ਹੈ, ਜਦ ਕਿ ਕੈਨੇਡਾ ਵਿੱਚ 5 ਸਾਲ ਦੀ ਉਮਰ ਤੋਂ ਹੇਠਾਂ ਵਾਸਤੇ ਹਜੇ ਕੋਵਿਡ-19 ਦੇ ਟੀਕੇ ਨੂੰ ਮਨਜ਼ੂਰੀ ਦਿੱਤੀ ਹੀ ਨਹੀਂ ਗਈ ਹੈ ਤੇ 5 ਤੋਂ 11 ਸਾਲ ਦੀ ਉਮਰ ਵਾਲਿਆਂ ਵਾਸਤੇ ਕੋਵਿਡ-19 ਦੇ ਟੀਕੇ ਦੀ ਕਾਫੀ ਛੋਟੀ ਡੋਜ਼ ਲਗਾਈ ਜਾਂਦੀ ਹੈ। ਪਰ 3 ਸਾਲ ਦੀ ਬੱਚੀ ਨੂੰ ਵੱਡਿਆਂ ਵਾਲਾ ਫਾਈਜ਼ਰ ਦਾ ਟੀਕਾ ਲਗਾ ਦਿੱਤਾ ਗਿਆ। ਨਵੰਬਰ 24 ਨੂੰ ਬ੍ਰੈਂਡਨ ਤੋਂ ਇਹ ਮਾਮਲਾ ਸਾਹਮਣੇ ਆਇਆ, ਜੋ ਕਿ ਪ੍ਰੇਰੀ ਮਾਊਂਟੇਨ ਹੈਲਥ ਰੀਜਨ ਦੇ ਵਿੱਚ ਪੱਛਮੀ ਮੈਨੀਟੋਬਾ ਦੇ ਵਿੱਚ ਸਥਿਤ ਹੈ, ਜਿੱਥੇ ਕਿ ਜਿਸ ਦੇ ਵੱਲੋਂ ਟੀਕਾ ਲਗਾਇਆ ਗਿਆ ਉਸ ਦੇ ਵੱਲੋਂ ਆਪਣੀ ਗਲਤੀ ਮੰਨੀ ਗਈ ਤੇ ਉਸਨੇ ਉੱਥੇ ਸੁਪਰਵਾਈਜ਼ਰ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਸੀ, ਪਰ ਫਿਲਹਾਲ ਕੋਈ ਕਾਰਵਾਈ ਨਹੀਂ ਹੋਈ। ਇਸ ਦੇ ਨਾਲ ਹੀ ਜਿਸ ਔਰਤ ਦੇ ਟੀਕਾ ਲਗਾਇਆ ਗਿਆ ਤੇ ਉਸ ਦੀ ਬੱਚੀ, ਦੋਵਾਂ ਦੇ ਵਾਸਤੇ ਮੈਡੀਕਲ ਤੌਰ ਦੇ ਉੱਤੇ ਧਿਆਨ ਰੱਖਿਆ ਜਾ ਰਿਹਾ ਹੈ ਤੇ ਉਹਨਾਂ ਨੂੰ ਇਹ ਵੀ ਦੱਸਿਆ ਗਿਆ ਕਿ ਇਸ ਦੇ ਕੀ ਅੱਗੇ ਨੁਕਸਾਨ ਹੋ ਸਕਦੇ ਨੇ, ਜਿਸ ਦੇ ਬਾਰੇ ਉਹਨਾਂ ਦੇ ਨਾਲ ਲਗਾਤਾਰ ਗੱਲਬਾਤ ਵੀ ਕੀਤੀ ਜਾ ਰਹੀ ਹੈ। ਹੈਲਥ ਕੈਨੇਡਾ ਨੇ ਇਸ ਦੇ ਉੱਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ, ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਅੱਗੇ ਜੋ ਟੀਕੇ ਲਗਾਏ ਜਾਂਦੇ ਨੇ ਉਹਨਾਂ ਦੇ ਉੱਤੇ ਜਿਹੜੀ ਸੰਸਥਾ ਦੇ ਵੱਲੋਂ ਧਿਆਨ ਦਿੱਤਾ ਜਾਂਦਾ ਹੈ ਉਸ ਦੇ ਉੱਤੇ ਉਹਨਾਂ ਦਾ ਕੋਈ ਵੀ ਕਾਬੂ ਨਹੀਂ ਹੈ। ਉਹ ਹੈਲਥ ਕੈਨੇਡਾ ਦੇ ਅਧੀਨ ਨਹੀਂ ਆਉਂਦੇ, ਜਿਸ ਕਰਕੇ ਉਹ ਉਸ ਦੇ ਬਾਰੇ ਕੁਝ ਕਹਿ ਨਹੀਂ ਸਕਦੇ। ਅੱਗੇ ਜਾਣਕਾਰੀ ਕਿ ਓਨਟਾਰੀਓ ਦੇ ਵਿੱਚ ਕੋਵਿਡ-19 ਦੇ ਓਮਿਕਰੋਨ ਵੇਰੀਐਂਟ ਦੇ 7 ਮਾਮਲੇ ਸਾਹਮਣੇ ਆ ਚੁੱਕੇ ਨੇ। ਟੋਰਾਂਟੋ ਵਿੱਚ ਇੱਕ ਰੈਸਟੋਰੈਂਟ ਜੋ ਕਿ ਡਾਊਨਟਾਊਨ ਦੇ ਵਿੱਚ ਹੈ, ਉੱਥੇ ਤੋਂ ਕੋਵਿਡ-19 ਦਾ ਮਾਮਲਾ ਸਾਹਮਣੇ ਆਇਆ, ਜਿਸ ਤੋਂ ਬਾਅਦ ਅਧਿਕਾਰੀਆਂ ਦਾ ਮੰਨਣਾ ਹੈ ਕਿ ਉਸ ਮਾਮਲੇ ਦਾ ਸਬੰਧ ਓਮਿਕਰੋਨ ਵੇਰੀਐਂਟ ਦੇ ਨਾਲ ਹੋ ਸਕਦਾ ਹੈ, ਜਿਸ ਤੋਂ ਬਾਅਦ ਅਧਿਕਾਰੀਆਂ ਦੇ ਵੱਲੋਂ ਉਸ ਰੈਸਟੋਰੈਂਟ ਦੇ ਵਿੱਚ ਆਉਣ ਵਾਲਿਆਂ ਨੂੰ ਚੇਤਾਵਨੀ ਦਿੱਤੀ ਗਈ ਹੈ। ਟੋਰਾਂਟੋ ਪਬਲਿਕ ਹੈਲਥ ਦੇ ਵੱਲੋਂ ਜਾਣਕਾਰੀ ਦੱਸਦੇ ਹੋਏ ਦੱਸਿਆ ਗਿਆ ਕਿ ਪਿਕੋਲੋ ਕੈਫੇ ਈ ਵਾਈਨੋ, ਜੋ ਕਿ ਟੋਰਾਂਟੋ ਡਾਊਨਟਾਊਨ ਦੇ ਵਿੱਚ ਹੈ, ਉੱਥੇ ਇੱਕ ਕਾਮੇ ਨੂੰ ਕੋਵਿਡ-19 ਤੋਂ ਪੀੜਤ ਪਾਇਆ ਗਿਆ। ਜੌਨ ਸਟਰੀਟ ਦੇ ਉੱਤੇ ਇਹ ਮੌਜੂਦ ਹੈ। ਕੋਵਿਡ-19 ਤੋਂ ਜਿਹੜੇ ਕਾਮੇ ਨੂੰ ਪੋਜ਼ਿਟਿਵ ਪਾਇਆ ਗਿਆ ਹੈ, ਉਹ ਉਸ ਕੈਫੇ ਵਿੱਚ ਰਾਤ ਦੇ 9 ਵਜੇ ਤੋਂ ਸਵੇਰ ਦੇ 2 ਵਜੇ ਤੱਕ ਨਵੰਬਰ 26 ਤੇ ਨਵੰਬਰ 27 ਨੂੰ ਮੌਜੂਦ ਸੀ। ਇਸ ਸਮੇਂ ਵਿੱਚ ਜੇਕਰ ਕੋਈ ਉੱਥੇ ਆਇਆ ਹੈ ਤਾਂ ਉਹਨਾਂ ਦੇ ਵਾਸਤੇ ਚੇਤਾਵਨੀ ਜਾਰੀ ਕੀਤੀ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਉੱਤੇ ਅੱਗੇ ਹੋਰ ਜਾਂਚ ਕੀਤੀ ਜਾ ਰਹੀ ਹੈ, ਜਿਨ੍ਹਾਂ ਵੱਲੋਂ ਦੱਸਿਆ ਗਿਆ ਹੈ ਕਿ ਜਿਸ ਨੂੰ ਕੋਵਿਡ-19 ਤੋਂ ਪੋਜ਼ਿਟਿਵ ਪਾਇਆ ਗਿਆ ਹੈ ਉਹ ਦੱਖਣੀ ਅਫਰੀਕਾ ਹੋ ਕੇ ਆਇਆ ਸੀ, ਜਿਸ ਕਰਕੇ ਇਹ ਹੋ ਸਕਦਾ ਹੈ ਕਿ ਜੋ ਕੋਵਿਡ-19 ਤੋਂ ਉਸ ਨੂੰ ਪੋਜ਼ਿਟਿਵ ਪਾਇਆ ਗਿਆ ਹੈ ਉਹ ਓਮਿਕਰੋਨ ਵੇਰੀਐਂਟ ਹੋ ਸਕਦਾ ਹੈ, ਪਰ ਇਸ ਦੀ ਹਜੇ ਪੁਸ਼ਟੀ ਨਹੀਂ ਕੀਤੀ ਗਈ। ਪਰ ਨਾਲ ਹੀ ਰੈਸਟੋਰੈਂਟ ਦੇ ਵਿੱਚ ਹੋਰਾਂ ਨੂੰ ਇਸ ਦੇ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ, ਜਿਸ ਦੇ ਵਿੱਚ ਕਿਹਾ ਗਿਆ ਕਿ ਰੈਸਟੋਰੈਂਟ ਦੇ ਵਿੱਚ ਜਿੰਨੇ ਵੀ ਕਾਮੇ ਵੀ ਮੌਜੂਦ ਨੇ ਉਹ ਕੋਵਿਡ-19 ਦੇ ਲੱਛਣਾਂ ਦੇ ਉੱਤੇ ਜ਼ਰੂਰ ਨਜ਼ਰ ਮਾਰਨ, ਜੇਕਰ 10 ਦਿਨ ਦੇ ਵਿੱਚ ਉਹਨਾਂ ਦੇ ਵਿੱਚ ਕੋਈ ਵੀ ਕੋਵਿਡ-19 ਦਾ ਲੱਛਣ ਦਿਖਾਈ ਦਿੰਦਾ ਹੈ। ਫਿਲਹਾਲ ਕੋਈ ਵੀ ਸੰਪਰਕ ਕਰਨ ਵਾਲੀ ਸੂਚੀ ਜਾਰੀ ਨਹੀਂ ਕੀਤੀ ਗਈ ਕਿ ਅੱਗੇ ਤੋਂ ਅੱਗੇ ਹੋਰ ਕਿੰਨਿਆਂ ਦੇ ਸੰਪਰਕ ਵਿੱਚ ਉਹ ਕੰਮ ਆਇਆ ਹੋ ਸਕਦਾ ਹੈ, ਪਰ ਅਧਿਕਾਰੀਆਂ ਦੇ ਵੱਲੋਂ ਸਮਾਂ ਤੇ ਦਿਨ ਦੱਸਦੇ ਹੋਏ ਤੇ ਨਾਲ ਹੀ ਰੈਸਟੋਰੈਂਟ ਦਾ ਨਾਮ ਦੱਸਦੇ ਹੋਏ ਚੇਤਾਵਨੀ ਦਿੱਤੀ ਗਈ ਹੈ। ਇੱਥੇ ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਤੱਕ ਸਿਰਫ ਓਨਟਾਰੀਓ ਤੋਂ ਹੀ ਓਮਿਕਰੋਨ ਵੇਰੀਐਂਟ ਦੇ 7 ਮਾਮਲੇ ਸਾਹਮਣੇ ਆ ਚੁੱਕੇ ਨੇ। ਹੁਣ ਤੁਹਾਨੂੰ ਦੱਸਾਂਗੇ ਜੋ ਭਾਰਤ ਤੋਂ ਵਰਕ ਪਰਮਿਟ ਜਾਂ ਫਿਰ ਸਟੱਡੀ ਪਰਮਿਟ ਦੇ ਉੱਤੇ ਕੈਨੇਡਾ ਆਉਂਦੇ ਨੇ, ਉਹਨਾਂ ਦੇ ਵਾਸਤੇ ਕੈਨੇਡਾ ਹਾਈ ਕਮਿਸ਼ਨ ਨੇ ਕੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਕਿਹੜੀ ਸ਼ਰਤ ਪੂਰੀ ਨਾ ਕੀਤੇ ਜਾਣ ਦੇ ਉੱਤੇ ਉਹਨਾਂ ਨੂੰ ਭਾਰਤ ਦੇ ਵਿੱਚ ਹੀ 에ਅਰਪੋਰਟ ਤੋਂ ਵਾਪਸ ਭੇਜਿਆ ਜਾ ਸਕਦਾ ਹੈ।
ਭਾਰਤ ਵਿੱਚ ਕੈਨੇਡਾ ਹਾਈ ਕਮਿਸ਼ਨ ਨੇ ਇੰਟਰਨੈਸ਼ਨਲ ਸਟੂਡੈਂਟ ਤੇ ਨਾਲ ਹੀ ਵਰਕ ਪਰਮਿਟ ਵਾਲੇ ਜਿਹੜੇ ਕਿ ਕੈਨੇਡਾ ਦੇ ਵਾਸਤੇ ਟਰੈਵਲ ਕਰਦੇ ਨੇ ਉਹਨਾਂ ਦੇ ਲਈ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਜਦੋਂ ਤੁਹਾਡਾ ਵੀਜ਼ਾ ਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਜਦੋਂ ਤੁਸੀਂ ਟਰੈਵਲ ਕਰਨ ਦੇ ਵਾਸਤੇ ਆਪਣੀ ਟਿਕਟ ਬੁੱਕ ਕਰਵਾਉਂਦੇ ਹੋ ਤਾਂ ਧਿਆਨ ਰੱਖੋ ਕਿ ਜਦੋਂ ਤੁਸੀਂ ਟਰੈਵਲ ਕਰਨਾ ਹੈ ਉਸ ਸਮੇਂ ਤੱਕ ਤੁਹਾਡਾ ਮੈਡੀਕਲ ਐਕਸਪਾਇਰ ਨਾ ਹੋਇਆ ਹੋਵੇ। ਵੀਜ਼ਾ ਬੇਸ਼ੱਕ ਤੁਹਾਡਾ ਵੈਲਿਡ ਹੋਵੇ ਪਰ ਫਿਰ ਵੀ ਜੇਕਰ ਮੈਡੀਕਲ ਐਕਸਪਾਇਰ ਹੋ ਗਿਆ ਤਾਂ ਟਰੈਵਲ ਨਹੀਂ ਕਰਨ ਦਿੱਤਾ ਜਾਵੇਗਾ। 에ਅਰਪੋਰਟ ਦੇ ਉੱਤੇ ਕਈ ਵਾਰ ਟਰੈਵਲ ਕਰਨ ਵਾਲਿਆਂ ਨੂੰ ਕਾਰਨ ਨਹੀਂ ਦੱਸਿਆ ਜਾਂਦਾ ਤੇ ਇਮੀਗ੍ਰੇਸ਼ਨ ਅਧਿਕਾਰੀ ਵਾਪਸ ਭੇਜ ਦਿੰਦੇ ਨੇ ਉਹਨਾਂ ਨੂੰ ਕਿ ਉਹ ਕੈਨੇਡਾ ਵਿੱਚ ਦਾਖਲ ਹੋਣ ਦੇ ਵਾਸਤੇ ਯੋਗਤਾ ਨਹੀਂ ਰੱਖਦੇ। ਜਦੋਂ ਤੁਸੀਂ ਮੈਡੀਕਲ ਕਰਵਾਇਆ ਤਾਂ ਉਸ ਤੋਂ ਬਾਅਦ ਵੀਜ਼ਾ ਆਉਣ ਤੱਕ ਜੇਕਰ 12 ਮਹੀਨੇ ਲੰਘ ਗਏ ਨੇ ਜਾਂ ਫਿਰ ਜਦੋਂ ਤੱਕ ਤੁਸੀਂ ਟਿਕਟ ਕਰਵਾਈ ਹੈ ਉਦੋਂ ਤੱਕ 12 ਮਹੀਨੇ ਲੰਘ ਗਏ ਨੇ ਤਾਂ ਤੁਹਾਡਾ ਮੈਡੀਕਲ ਐਕਸਪਾਇਰ ਹੋ ਗਿਆ ਹੋ ਸਕਦਾ ਹੈ, ਜਿਸ ਕਰਕੇ ਜਦੋਂ ਟਰੈਵਲ ਕਰਨਾ ਹੈ ਤਾਂ ਉਸ ਸਮੇਂ ਤੁਹਾਨੂੰ ਕੈਨੇਡਾ ਵਿੱਚ ਜਾਣ ਤੋਂ ਰੋਕਿਆ ਜਾ ਸਕਦਾ ਹੈ, ਜਿਸ ਦੇ ਬਾਰੇ ਕੈਨੇਡਾ ਹਾਈ ਕਮਿਸ਼ਨ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਨਾਲ ਹੀ ਕਿਹਾ ਗਿਆ ਹੈ ਕਿ ਜੇਕਰ ਕਿਸੇ ਦਾ ਮੈਡੀਕਲ ਐਕਸਪਾਇਰ ਹੋ ਜਾਂਦਾ ਹੈ ਤਾਂ ਦੁਬਾਰਾ ਤੋਂ ਕਰਵਾ ਲਿਆ ਜਾਵੇ ਤਾਂ ਕਿ ਟਰੈਵਲ ਕਰਨ ਸਮੇਂ ਕੋਈ ਦਿੱਕਤ ਨਾ ਆਵੇ।